जो बोले सो निर्भय जगत गुरु सतगुरु रविदास महाराज की जय। मैं शंकर दास अपने लोई परिवार वालों सतगुरु स्वामी हजूर पातशाह सरवण दास जी महाराज जी दे 11 जून 2020 ਨੂੰ 48ਵੇਂ ਬਰਸੀ ਸਮਾਗਮ ਤੇ ਸਾਰੀ ਮਾਨਵਤਾ ਨੂੰ ਚਰਨਾਂ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦਾ ਹੋਇਆ ਨਮਨ ਕਰਦਾ ਹੋਇਆ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਰਹੇ ਹਾਂ। ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀਓ, ਸੰਤਾਂ ਮਹਾਂਪੁਰਸ਼ਾਂ ਦਾ ਸਮਾਜ ਵਿੱਚ ਆਉਣਾ ਸਮਾਜ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਦੂਰ ਕਰਕੇ ਪ੍ਰਭੂ ਭਗਤੀ, ਪ੍ਰਭੂ ਸਾਧਨਾ, ਪ੍ਰਭੂ ਬੰਦਨਾ ਦੇ ਮਾਰਗ 'ਤੇ ਲਾ ਕੇ ਮਾਨਵਤਾ ਦਾ ਕਲਿਆਣ ਕਰਨਾ ਹੁੰਦਾ ਹੈ। ਸਤਿਗੁਰੂ ਸਵਾਮੀ ਸਰਵਣ ਦਾਸ ਜੀ ਮਹਾਰਾਜ, ਪਰਮ ਪੂਜਯ ਬਾਬਾ ਪਿਪਲ ਦਾਸ ਜੀ ਮਹਾਰਾਜ ਜੀ ਦੇ ਸੁਪੁੱਤਰ ਅਤੇ ਉਹਨਾਂ ਦੇ ਇਸ ਸੰਸਾਰ ਤੋਂ ਸਰੀਰ ਰੂਪੀ ਪੰਜ ਭੌਤਿਕ ਸਰੀਰ ਦੇ ਜਾਣ ਤੋਂ ਬਾਅਦ 1928 ਈਸਵੀ ਤੋਂ ਲੈ ਕੇ 11 ਜੂਨ 1972 ਤੱਕ ਡੇਰਾ ਸੱਚਖੰਡ ਬੱਲਾ ਦੇ ਸੰਸਥਾਪਕ ਬਣੇ ਅਤੇ ਉਹਨਾਂ ਨੇ ਆਪਣੇ ਇਸ ਮਨ ਕਲਿਆਣਕਾਰੀ ਕਾਰਜਾਂ ਦੇ ਨਾਲ ਆਪਣੀ ਵਿਲੱਖਣ ਸ਼ਖਸੀਅਤ ਦੁਨੀਆ ਦੇ ਨਕਸ਼ੇ 'ਤੇ ਬਣਾਈ। ਸਤਿਗੁਰੂ ਸਰਵਣ ਦਾਸ ਜੀ ਮਹਾਰਾਜ ਜੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਰਾਸਤ, ਉਹਨਾਂ ਦੇ ਪਾਵਨ ਉਪਦੇਸ਼ ਨੂੰ ਜਨ ਜਨ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ, ਪਰ ਉਹਨਾਂ ਦੇ ਪਰਉਪਕਾਰੀ ਪਰਮਾਰਥੀ ਕਾਰਜ ਕਰਨ ਦਾ ਇੱਕ ਸਭ ਤੋਂ ਵੱਡਾ ਜੋ ਸੰਕਲਪ ਉਹਨਾਂ ਨੇ ਲਿਆ ਕਿ ਜਦ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਜਨਮ ਸਥਾਨ ਪ੍ਰਗਟ ਸਥਾਨ 'ਤੇ ਉਹਨਾਂ ਦੀ ਯਾਦ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੰਸਾਰ 'ਤੇ ਜਾਣ ਤੋਂ ਬਾਅਦ ਸਦੀਆਂ ਤੱਕ ਕੋਈ ਵੀ ਨਾਮੋ ਨਿਸ਼ਾਨ ਨਹੀਂ ਬਣਾਇਆ ਸੀ। ਸਤਿਗੁਰੂ ਸਰਵਣ ਦਾਸ ਸਵਾਮੀ ਮਹਾਰਾਜ ਜੀ ਨੇ ਆਪਣੀ ਦ੍ਰਿੜ ਦ੍ਰਿਸ਼ਟੀ ਦੇ ਨਾਲ ਉਹਨਾਂ ਦੇ ਜਨਮ ਸਥਾਨ ਮੰਦਰ ਦੀ ਖੋਜ ਕਰਕੇ ਉਸ ਸਮੇਂ ਆਪਣੇ ਡੇਰੇ ਦੇ ਸ਼ਿਸ਼ਯ ਸਤਿਗੁਰੂ ਸਵਾਮੀ ਹਰੀਦਾਸ ਜੀ ਮਹਾਰਾਜ ਜੀ ਨੂੰ ਉਸ ਦਾ ਨੀਂਹ ਪੱਥਰ ਰੱਖਣ ਲਈ ਬਨਾਰਸ ਭੇਜਿਆ ਅਤੇ 14 ਜੂਨ 1965 ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਸਥਾਨ ਮੰਦਰ ਹੋਂਦ ਵਿੱਚ ਆਇਆ ਅਤੇ ਬਣਨਾ ਸ਼ੁਰੂ ਹੋਇਆ ਅਤੇ ਇਸ ਦੇ ਉਸਾਰਨ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਬਹੁਤ ਬੜਮੁੱਲਾ ਯੋਗਦਾਨ ਪਾਇਆ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਸਮੇਂ ਦੇ ਵਿੱਚ ਉਹ ਮਾਨਵਤਾ ਦੇ ਬਹੁਤ ਵੱਡੇ ਹਿੱਸੇ ਨੂੰ, ਜਿਨ੍ਹਾਂ ਨੂੰ ਉਸ ਸਮੇਂ ਦੀ ਸਮਾਜਿਕ ਵਿਵਸਥਾ ਨੇ ਦਬਾ ਕੇ ਰੱਖਿਆ ਹੋਇਆ ਸੀ, ਕਿਸੇ ਨੂੰ ਪ੍ਰਭੂ ਦਾ ਨਾਮ ਸੁਣਨ ਦਾ, ਬੋਲਣ ਦਾ ਅਧਿਕਾਰ ਨਹੀਂ ਸੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਇਸ ਵਿਵਸਥਾ ਦੇ ਵਿਰੁੱਧ ਕਾਂਚੀ ਦੀ ਬਨਾਰਸ ਦੀ ਧਰਤੀ ਤੋਂ ਭਾਰਤ ਦੀ ਸੰਸਕ੍ਰਿਤੀ ਵਿੱਚ ਤਹਿਲਕਾ ਮਚਾ ਦਿੱਤਾ ਔਰ ਉਹਨਾਂ ਨੇ ਪ੍ਰਭੂ ਬੰਦਨਾ ਜਿਨ੍ਹਾਂ ਤੋਂ ਦੂਰ ਰੱਖਿਆ ਸੀ ਆਪ ਕਰਕੇ ਔਰ ਉਹ ਰਾਜ ਦਰਬਾਰਾਂ ਦੇ ਗੁਰੂ ਬਣੇ ਔਰ ਸਮੇਂ ਸਮੇਂ 'ਤੇ ਰਾਜੇ ਰਾਣੀਆਂ ਨੇ ਉਹਨਾਂ ਦੇ ਚਰਨਾਮਤ ਪੀ ਕੇ ਆਪਣੀ ਜ਼ਿੰਦਗੀ ਨੂੰ ਬਦਲਿਆ। ਸਤਿਗੁਰੂ ਸਰਵਣ ਦਾਸ ਜੀ ਮਹਾਰਾਜ ਜੀ ਦੇ ਇਸ ਪਰਉਪਕਾਰੀ ਕਾਰਜ ਨੇ ਜਿਹੜਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਦੇ ਜਨਮ ਸਥਾਨ 'ਤੇ ਮੰਦਰ ਬਣਾਉਣ ਦਾ ਕੰਮ ਕੀਤਾ, ਉਸ ਕਾਰਜ ਨੇ ਦਲਿਤ ਸਮਾਜ ਵਿੱਚ, ਰਵਿਦਾਸੀਆ ਸਮਾਜ ਵਿੱਚ ਔਰ ਜਿਹੜੀ
ਮਾਨਵਤਾ ਪ੍ਰਭੂ ਪ੍ਰੇਮ ਨਾਲ ਪਿਆਰ ਕਰਦੀ ਸੀ, ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਨਵੀਂ ਰੋਸ਼ਨੀ ਪੈਦਾ ਕੀਤੀ ਅਤੇ ਉਹ ਅਸਥਾਨ ਅੱਜ ਜਿਵੇਂ ਮੁਸਲਮਾਨ ਵੀਰਾਂ ਦੇ ਲਈ ਇੱਕ ਮੱਕੇ ਦਾ ਸਥਾਨ ਰੱਖਦਾ ਹੈ, ਸਿੱਖ ਭਾਈਚਾਰੇ ਲਈ ਦਰਬਾਰ ਸਾਹਿਬ ਗੋਲਡਨ ਟੈਂਪਲ ਦਾ ਸਥਾਨ ਰੱਖਦਾ ਹੈ, ਉਹੀ ਆਸਥਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੈਰੋਕਾਰਾਂ ਦੀ ਸਤਿਗੁਰੂ ਰਵਿਦਾਸ ਮਹਾਰਾਜ ਦੇ ਜਨਮ ਸਥਾਨ ਮੰਦਰ ਸ਼੍ਰੀ ਗੋਬਰਧਨਪੁਰ ਵਾਰਾਣਸੀ ਹੈ। ਔਰ ਇਹ ਗਿਆਨ ਦਾ ਖਜ਼ਾਨਾ, ਅਧਿਆਤਮਕਤਾ ਦਾ ਕੇਂਦਰ, ਸਾਰੀ ਮਾਨਵਤਾ ਲਈ ਇੱਕ ਖਿੱਚ ਦਾ ਕੇਂਦਰ ਬਣ ਗਿਆ ਹੈ। ਔਰ ਸਮੇਂ ਸਮੇਂ 'ਤੇ ਉਸ ਦੇ ਵਿੱਚ ਵਿਸ਼ਾਲਤਾ ਲਿਆਂਦੀ ਜਾ ਰਹੀ ਹੈ। ਔਰ ਕੌਮ ਦੇ ਅਮਰ ਸ਼ਹੀਦ ਸੰਤ ਰਾਮ ਆਨੰਦ ਜੀ ਮਹਾਰਾਜ ਜੀ ਨੇ ਕੌਮ ਨੂੰ ਆਹਵਾਨ ਕੀਤਾ ਸੀ ਕਿ ਇਸ ਨੂੰ ਅਸੀਂ ਸੋਨੇ ਵਿੱਚ ਮੜਵਾਉਣਾ ਹੈ। ਸਤਿਗੁਰੂ ਸਰਵਣਦਾਸ ਜੀ ਮਹਾਰਾਜ ਜੀ ਨੇ ਵਿੱਦਿਆ ਦੀ, ਪੜ੍ਹਾਈ ਦੀ, ਗਿਆਨ ਦੀ ਉੱਚਤਾ ਨੂੰ ਸਮਝਦਿਆਂ ਹੋਇਆ ਉਸ ਸਮੇਂ ਸਤਿਗੁਰੂ ਸਰਵਣਦਾਸ ਜੀ ਮਹਾਰਾਜ ਬੱਚਿਆਂ ਨੂੰ ਡੇਰੇ ਇਕੱਠੇ ਕਰਕੇ ਉਹਨਾਂ ਨੂੰ ਰੇਤ 'ਤੇ ਮਹਾਰਾਜ ਜੀ ਗੁਰਬਾਣੀ ਗਿਆਨ ਬੱਚਿਆਂ ਨੂੰ ਸਮਝਾਇਆ ਕਰਦੇ ਸਨ। ਔਰ ਉਹਨਾਂ ਦੀ ਸਿਹਤ ਦਾ ਧਿਆਨ ਰੱਖਣ ਲਈ, ਉਹਨਾਂ ਦਾ ਮਨੋਬਲ ਉੱਚਾ ਕਰਨ ਲਈ ਉਹਨਾਂ ਨੂੰ ਵਿਸ਼ੇਸ਼ ਪਕਵਾਨ, ਖੀਰ, ਮਾਲਪੂੜੇ ਆਦਿ ਖਿਲਾ ਕੇ, ਤਾਂ ਕਿ ਉਹਨਾਂ ਦਾ ਸਵਾਸਥ ਠੀਕ ਰਹੇ ਔਰ ਉਹਨਾਂ ਦੇ ਵਿੱਚੋਂ ਮਨੋਬਲ ਉੱਚਾ ਹੋਵੇ। ਔਰ ਸਤਿਗੁਰੂ ਜੀ ਨੇ ਡੇਰੇ ਦੇ ਵਿੱਚ ਸਰੀਰਕ ਬਿਮਾਰੀਆਂ ਦੇ ਇਲਾਜ ਦੇ ਲਈ ਆਯੁਰਵੈਦਿਕ ਢੰਗ ਦੇ ਨਾਲ ਸੇਵਾਦਾਰਾਂ ਦੀ, ਰੋਗੀਆਂ ਦੀ ਸੇਵਾ ਦਵਾਈਆਂ ਦੇ ਕੇ ਕੀਤੀ। ਪਰ ਸਭ ਤੋਂ ਵੱਡਾ ਜਿਹੜਾ ਮਹਾਨ ਪਰਉਪਕਾਰੀ ਕੰਮ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਬਦਲਦੇ ਸਰੂਪ ਦੇ ਆਪ ਸਾਕਾਰ ਮੂਰਤੀ ਸਨ, ਉਹਨਾਂ ਨੇ ਨਾਮ ਦਾਨ ਬਖਸ਼ ਕਰਕੇ, ਸਤਸੰਗ ਕਰਕੇ ਜਿਹੜੀਆਂ ਮਾਨਸਿਕ ਬਿਮਾਰੀਆਂ ਸਨ, ਜਿਨ੍ਹਾਂ ਦੀ ਮੈਲ ਬਾਹਰਲੀ ਪਦਾਰਥਾਂ ਨਾਲ ਨਹੀਂ ਧੋਤੀ ਜਾ ਸਕਦੀ, ਨਾਮਦਾਨ ਦੇ ਕੇ, ਸਤਸੰਗ ਸੁਣਾ ਕੇ, ਪਰਮਾਰਥੀ ਬਚਨ ਸੁਣਾ ਕੇ ਉਹਨਾਂ ਦੇ ਜੀਵਨ ਦੀ ਕਾਇਆ ਕਲਪ ਕੀਤੀ। ਔਰ ਗੁਰਬਾਣੀ ਦੇ ਪ੍ਰਸਾਰ ਦੇ ਲਈ ਡੇਰੇ ਦੇ ਵਿੱਚੋਂ ਸਤਿਗੁਰੂ ਮਹਾਰਾਜ ਜੀ ਨੇ ਪਿਰਤਾਂ ਪਾਈਆਂ ਕਿ ਅੱਜ ਇੱਕ ਨੈਸ਼ਨਲ ਨੈਟ ਮੀਡੀਆ ਜੋ ਸਤਿਗੁਰੂ ਰਵਿਦਾਸ ਮਹਾਰਾਜ, ਸਤਿਗੁਰੂ ਸਰਵਣਦਾਸ ਮਹਾਰਾਜ ਜੀ ਦੀਆਂ ਘਾਲਣਾਵਾਂ ਨੂੰ ਸਮਾਜ ਦੇ ਸਨਮੁਖ ਪੇਸ਼ ਕਰ ਰਿਹਾ ਹੈ। ਔਰ ਇਹਦੇ ਨਾਲ ਸਾਰੇ ਹੀ ਸਮਾਜ ਦੇ ਵਿੱਚ ਇੱਕ ਅਣਖ ਦੀ ਜੋਤ ਜਗੀ ਹੈ। ਜਿੱਥੇ ਸਤਿਗੁਰੂ ਸਰਵਣਦਾਸ ਮਹਾਰਾਜ ਜੀ ਬੱਚਿਆਂ ਨੂੰ ਰੇਤ 'ਤੇ ਹੱਥ ਨਾਲ ਸਿਖਾਇਆ ਕਰਦੇ ਸਨ, ਅੱਜ ਉਹ ਬਹੁਤ ਵੱਡਾ ਆਕਾਰ ਲੈ ਕੇ ਇੱਕ ਬਹੁਤ ਹਾਈ ਕੁਆਲਿਟੀ ਦੇ, ਉੱਚੇ ਸਟੈਂਡਰਡ ਦੇ ਜਿਹੜੇ ਸਕੂਲ ਸਤਿਗੁਰੂ ਮਹਾਰਾਜ ਜੀ ਦੇ ਦਰਬਾਰ ਤੋਂ ਚੱਲ ਰਹੇ ਹਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪਣੇ ਪ੍ਰਵਚਨਾਂ ਵਿੱਚ ਕਿਹਾ ਕਰਦੇ ਸਨ ਕਿ ਇਹ ਜਿਹੜਾ ਜੀਵਨ ਹੈ ਇਹ ਬਹੁਤ ਕੀਮਤੀ ਹੈ। ਸਤਿਗੁਰੂ ਮਹਾਰਾਜ ਜੀ ਕਿਹਾ ਕਰਦੇ ਸਨ ਕਿ ਜੁੱਗਾਂ ਦੇ ਯੁੱਗ ਬੀਤ ਜਾਣਗੇ, ਤੈਨੂੰ ਮਿਲਣੀ ਨਾ ਮਾਨਸ ਦੇਹੀ। ਭਾਵ ਇਹ ਅਨਮੋਲ ਜੀਵਨ ਸਤਸੰਗ, ਸੇਵਾ, ਸਿਮਰਨ ਵਿੱਚ ਲਗਾ ਕੇ ਆਪਣਾ ਜੀਵਨ ਸਫਲ ਕਰ ਲਿਆ। ਔਰ ਮਹਾਰਾਜ ਦੀਆਂ ਸਿੱਖਿਆਵਾਂ ਦੇ ਵਿੱਚ ਸਾਨੂੰ ਉਹਨਾਂ ਨੇ ਸ਼ਾਕਾਹਾਰੀ ਭੋਜਨ ਕਰਨ ਦੇ ਲਈ ਪ੍ਰੇਰਿਤ ਕੀਤਾ, ਬੇਗਮਪੁਰਾ ਸ਼ਹਿਰ ਦੇ ਵਾਸੀ ਬਣਨ ਦੇ ਲਈ, ਆਪਣੇ ਵਿੱਚ ਉੱਦਾਂ ਦੇ ਗੁਣ ਭਰਨ ਲਈ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਪ੍ਰੇਰਿਆ। ਔਰ ਗੁਲਾਮੀ ਦੇ ਵਿਰੁੱਧ ਜਦੋਜਹਿਦ ਕਰ ਲਈ। ਪਰਾਧੀਨਤਾ ਪਾਪ ਹੈ, ਜਾਨ ਲਿਹੋਰੇ ਮੀਤ, ਰਵਿਦਾਸ ਦਾਸ ਪਰਾਧੀਨ ਕੋ ਸਭੀ ਸਮਝੇ ਸੀਨ। तो सतगुरु महाराज जी ने उस समय ब्राह्मणवाद जो समाज ते काबू सी ਉਹਦੀਆਂ ਰਹੁ ਰੀਤਾਂ ਦਾ ਖੰਡਨ ਕਰਕੇ ਨਵੀਂ ਵਿਵਸਥਾ, ਨਵਾਂ ਅਲਟਰਨੇਟਿਵ ਸਮਾਜ ਦੇ ਸਾਹਮਣੇ ਪੇਸ਼ ਕੀਤਾ। ਚਿਤ ਸਿਮਰਨ ਕਰੋ ਨੈਣ ਬਿਲੋਕਨੋ, ਸਰਬਨ ਬਾਣੀ ਸੁਜਸ ਪੂਰ ਰੱਖੋ, ਮਨ ਸੁਮਦ ਕਰ ਕਰੋ, ਚਰਨ ਹਿਰਦੇ ਧਰੋ, ਰਸ ਨਾਮ ਨਾ ਪਾਖੋ। ਔਰ ਸਤਿਗੁਰੂ ਸਰਵਣਦਾਸ ਜੀ ਮਹਾਰਾਜ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ਾਂ ਨੂੰ ਉਹਨਾਂ ਨੇ ਆਪਣੇ ਕਾਲ ਦੇ ਵਿੱਚ ਬਹੁਤ ਹੀ ਜ਼ੋਰ ਸ਼ੋਰ ਦੇ ਨਾਲ ਅੱਗੇ ਵਧਾਇਆ। ਔਰ ਵਿੱਦਿਆ ਦੇ ਖੇਤਰ ਵਿੱਚ ਮਹਾਰਾਜ ਜੀ ਆਪਣੇ ਸਤਸੰਗ ਵਿੱਚ ਕਿਹਾ ਕਰਦੇ ਸਨ ਕਿ ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਅੱਛੀ ਸਿੱਖਿਆ ਨਹੀਂ ਦਿੰਦੇ, ਉਹ ਆਪਣੇ ਬੱਚਿਆਂ ਦੇ ਦੁਸ਼ਮਣ ਹਨ। ਤਾਂ ਸਾਨੂੰ ਇਹਨਾਂ ਗੱਲਾਂ ਤੋਂ ਸੀਖ ਲੈ ਕੇ ਆਪਣੇ ਬੱਚਿਆਂ ਦਾ ਭਵਿੱਖ ਉਜਵਲ ਬਣਾਉਣਾ ਚਾਹੀਦਾ ਹੈ।
ਸਤਿਗੁਰਾਂ ਜੀ ਨੇ ਨਸ਼ਿਆਂ ਤੋਂ ਦੂਰ ਰਹਿ ਕੇ ਵਹਿਮਾਂ ਭਰਮਾਂ ਅਤੇ ਇਮਾਨਦਾਰੀ ਦੇ ਨੇਕ ਕੰਮ ਕਰਨ 'ਤੇ ਜ਼ੋਰ ਦਿੱਤਾ। ਸੇ ਸਮਾਜਿਕ ਬੁਰਾਈਆਂ ਤੋਂ ਬਚਣ ਦੇ ਲਈ ਪ੍ਰਭੂ ਪਰਮਾਤਮਾ ਦੀ ਭਗਤੀ ਪੂਜਾ ਕਰਕੇ ਇਹਨਾਂ ਬੁਰਾਈਆਂ ਤੋਂ ਬਚਿਆ ਸਕਦੇ ਪਾਵਨ ਸਿੰਘ 'ਤੇ ਜ਼ੋਰ ਦਿੱਤਾ। ਅਤੇ ਜਦੋਂ ਸਤਿਗੁਰੂ ਮਹਾਰਾਜ ਜੀ ਆਪਣੇ ਸਮੇਂ ਦੇ ਵਿੱਚ ਡੇਰੇ ਵਿਖੇ ਸਤਸੰਗ ਕਰਿਆ ਕਰਦੇ ਸਨ, ਜਿਹੜੀਆਂ ਸੰਗਤਾਂ ਉਸ ਸਮੇਂ ਬੈਠੀਆਂ ਹੁੰਦੀਆਂ ਸੀ, ਜਦੋਂ ਮਹਾਰਾਜ ਜੀ ਸਤਸੰਗ ਸਮਾਪਤ ਕਰਦੇ ਸਨ ਤਾਂ ਉਹ ਸਤਿਗੁਰੂ ਜੀ ਜਿਹੜੇ ਸੇਵਾਦਾਰ, ਜਿਹੜੀਆਂ ਸੰਗਤਾਂ ਉੱਥੇ ਬੈਠੀਆਂ ਸੀ, ਅਤੇ ਮਹਾਰਾਜ ਜੀ ਉਹਨਾਂ ਨੂੰ ਕਰਦੇ ਕਿ ਅੱਜ ਤੁਹਾਡੀ ਪ੍ਰਭੂ ਦੇ ਦਰਬਾਰ ਦੇ ਵਿੱਚ ਹਾਜ਼ਰੀ ਲੱਗ ਗਈ ਹੈ। ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਮਹਾਰਾਜ ਜੀ ਪ੍ਰਭੂ ਪਰਮਾਤਮਾ ਦੇ ਨਾਲ ਕਿੰਨੇ ਅਭੇਦ ਹੋ ਚੁੱਕੇ ਸਨ। ਅਤੇ ਫਿਰ ਇੱਕ ਵਾਰ ਜਦੋਂ 1952 ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਜਲੰਧਰ ਵਿਖੇ ਆਏ ਤਾਂ ਬਾਬਾ ਸਾਹਿਬ ਨੂੰ ਮਿਲਣ ਲਈ ਸਤਿਗੁਰੂ ਮਹਾਰਾਜ ਜੀ ਕਿਸੇ ਕਾਰਨ ਬਸ ਨਹੀਂ ਪਹੁੰਚ ਸਕੇ, ਪਰ ਉਹਨਾਂ ਨੇ ਇੱਕ ਖੱਤ ਲਿਖਿਆ ਜਿਸ ਵਿੱਚ ਉਹਨਾਂ ਨੇ ਕਿਹਾ, ਮੇਰੀ ਕੌਮ ਦੇ ਸ਼ੇਰਾ, ਆਪਣੀ ਕੌਮ ਦੀ ਭਲਾਈ ਲਈ ਤੂੰ ਇਸ ਤਰ੍ਹਾਂ ਡਟਿਆ ਰਹੀ ਔਰ ਜਿਹੜੀ ਸਫਲਤਾ ਹੈ ਤੇਰੇ ਕਦਮ ਚੁੰਮੇਗੀ। ਆਖਰਕਾਰ ਉਹਨਾਂ ਦੇ ਬਚਨ ਸੱਚ ਹੋਏ ਔਰ ਬਾਬਾ ਸਾਹਿਬ ਦੇਸ਼ ਦੇ ਸਿਰਮੌਰ ਨੇਤਾ ਬਣੇ, ਜਿਨ੍ਹਾਂ ਨੇ ਆਪਣੇ ਕਾਰਜਾਂ ਦੇ ਰਾਹੀਂ, ਆਪਣੀ ਕਲਮ ਦੇ ਰਾਹੀਂ ਕੌਮ ਦਾ ਬਹੁਤ ਉਧਾਰ ਕੀਤਾ। ਅਤੇ ਫਿਰ ਸਤਿਗੁਰਾਂ ਜੀ ਨੇ, ਸਤਿਗੁਰੂ ਸਵਾਮੀ ਸਰਨਦਾਸ ਮਹਾਰਾਜ ਨੇ 1970 ਦੇ ਵਿੱਚ ਡੇਰੇ ਵਿਖੇ ਇੱਕ ਬਹੁਤ ਵੱਡੀ ਕਾਨਫਰੰਸ ਕਰਕੇ, ਜਿਹਦੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਔਰ ਅਬਰੋਡ ਤੋਂ ਬਹੁਤ ਚਿੰਤਕ, ਉੱਚ ਕੋਟੀ ਦੇ ਵਿਦਵਾਨ, ਸੂਝਵਾਨ ਸ਼ਾਮਿਲ ਹੋਏ ਔਰ ਉਹਨਾਂ ਨੇ ਸਮਾਜ ਨੂੰ ਦਰਪੇਸ਼ ਸਾਰੀਆਂ ਸਮੱਸਿਆ 'ਤੇ ਗਹਿਰ ਚਿੰਤਨ ਕੀਤਾ ਅਤੇ ਇੱਦਾਂ ਦੇ ਸਿੱਟੇ ਕੱਢੇ ਜਿਹੜੇ ਡੇਰਾ ਸੱਚਖੰਡ ਬੱਲਾ ਦੇ ਉੱਤਰਾਧਿਕਾਰੀ ਮਹਾਂਪੁਰਸ਼ਾਂ, ਗੱਦੀਨਸ਼ੀਨ ਮਹਾਂਪੁਰਸ਼ਾਂ ਦੁਆਰਾ ਉਹਨਾਂ 'ਤੇ ਸਖਤੀ ਨਾਲ ਪਹਿਰਾ ਦਿੱਤਾ ਜਾ ਰਿਹਾ ਹੈ। ਅਤੇ ਸਾਨੂੰ ਸਤਿਗੁਰੂ ਸਰਵਣਦਾਸ ਮਹਾਰਾਜ ਜੀ ਦੇ ਅੱਜ ਇਸ ਪਾਵਨ ਦਿਨ 'ਤੇ ਸਾਨੂੰ ਆਪਣੀਆਂ ਕੁਰੀਤੀਆਂ ਨੂੰ ਦੂਰ ਕਰਕੇ, ਉਹਨਾਂ ਦੇ ਬਚਨਾਂ ਨੂੰ ਦਿਲਾਂ ਵਿੱਚ ਧਰ ਕੇ, ਆਪਣਾ ਕਲਿਆਣ ਕਰਕੇ, ਸਮਾਜ ਦਾ ਕਲਿਆਣ ਕਰਕੇ ਅਨਮੋਲ ਜੀਵਨ ਦਾ ਲਾਹਾ ਉਠਾਉਣਾ ਚਾਹੀਦਾ ਹੈ। ਜੋ ਬੋਲੇ ਸੋ ਨਿਰਭੈ। ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ।